ਜ਼ਿੰਦਗੀ ਦੇ ਵਿੱਚ ਤੁਹਾਨੂੰ ਵਾਲਿदैन ਮਿਲ ਗਏ ਨੇ, ਯਾਨੀ ਕਿ ਤੁਹਾਡੀ ਜ਼ਿੰਦਗੀ ਦੇ ਅਗਰ ਵਾਲਿदैन ਹੈ ਨੇ ਤੇ ਉਹਦੀ ਕਦਰ ਕਰੋ। ਇੱਕ ਬਿਹਤਰੀਨ ਤੋਹਫਾ ਹੈ, ਬਿਹਤਰੀਨ ਨਿਅਮਤ ਹੈ, ਇਹਨੂੰ ਨਾ ਵੰਜਾਓ। ਮੈਂ ਬੜੀ ਦੁਨੀਆ ਵੇਖੀ ਹੈ ਜਿਨ੍ਹਾਂ ਨੇ ਵਾਲਿदैन ਨੂੰ ਸਤਾਇਆ ਹੈ ਤੇ ਉਹ ਅੱਜ ਸਤਾਏ ਜਾ ਰਹੇ ਨੇ। ਹਕੀਕਤ ਗੱਲ ਹੈ ਵੀ ਇੱਕ ਬੰਦਾ ਮੈਨੂੰ ਕਹਿਣ ਲੱਗਾ, ਬਲਕਿ ਮਸਜਿਦ ਦੇ ਵਿੱਚ ਬੈਠੇ ਸਾਂ ਤੇ ਇਮਾਮ ਵੀ ਬੈਠਾ ਸੀ, ਤੇ ਕਹਿਣ ਲੱਗਾ ਕਿ ਮੈਂ ਆਪਣੇ ਨਾ ਪੁੱਤਰ ਦੇ ਨਾ ਜਾਨਵਰਾਂ ਨੂੰ ਪੱਠੇ ਪਾਉਣਾ ਹੈ ਤੇ ਬੱਕਰੀ ਸੂਈ ਹੈ ਤੇ ਮੈਂ ਉਹਨੂੰ ਆਖਿਆ ਕਿ ਇੱਕ ਬੱਚਾ ਮੈਨੂੰ ਦੇ ਦੇ। ਤੇ ਉਹ ਬਜ਼ੁਰਗ ਸੀ, ਕਹਿਣ ਲੱਗਾ ਕਿ ਮੇਰਾ ਪੁੱਤਰ ਮੇਰੇ ਨਾਲ ਲੜ ਪਿਆ ਕਿ ਤੂੰ ਕੋਈ ਪੱਠੇ ਪਾਉਣਾ ਤੇ ਸਾਨ ਨਹੀਂ ਕਰਦਾ। ਤੇ ਉਹਦੀਆਂ ਅੱਖਾਂ 'ਚੋਂ ਪਾਣੀ ਆ ਗਿਆ, ਕਹਿਣ ਲੱਗਾ ਕਿ ਅੱਜ ਜੁਮਾ ਤੇ ਪੜ੍ਹਾਇਓ ਤੇ ਕੋਈ ਤੇ ਲੋਕਾਂ ਨੂੰ ਦੱਸਿਓ ਵੀ ਬਜ਼ੁਰਗਾਂ ਦੀ, ਬੰਦਿਆਂ ਆਪਣੇ ਵਾਲਦ ਦੀ ਕਦਰ ਕਰੋ। ਮੈਂ ਕੋਈ ਬੱਕਰੀ ਦਾ ਬੱਚਾ ਲੈ ਕੇ ਬਾਹਰ ਤਾਂ ਨਹੀਂ ਸੀ ਚਲੇ ਜਾਣਾ, ਉੱਥੇ ਹੀ ਫਿਰਦਾ ਰਹਿਣਾ। ਮੈਂ ਤੇ ਇੱਕ ਗੱਲ ਕੀਤੀ ਸੀ ਤੇ ਮੇਰੇ ਨਾਲ ਉਹ ਲੜਿਆ। ਹਕੀਕਤ ਗੱਲ, ਉਹ ਗੱਲ ਸੁਣਾਉਂਦਾ ਸੁਣਾਉਂਦਾ ਉਹਦੀਆਂ ਅੱਖਾਂ 'ਚੋਂ ਆਂਸੂ ਆ ਗਏ ਤੇ ਮੈਨੂੰ ਵੀ ਬੜਾ ਦੁੱਖ ਲੱਗਾ। ਪੁੱਤਰ ਲੈ ਗਏ ਨੌਵਾਂ, ਧੀਆਂ ਲੈ ਗਏ ਹੋਰ, ਮਾਂ ਪਿਓ ਇੰਜ ਬੈਠਾ ਜਿਵੇਂ ਬੈਠੇ ਚੋਰ। ਅਸੀਂ ਆਪਣੀ ਔਲਾਦ ਨੂੰ ਨਾ ਟੱਚ ਮੋਬਾਈਲ ਹੱਥ ਦੇ ਵਿੱਚ ਦੇ ਦਿੱਤੇ ਤੇ ਉਹਨਾਂ ਨੂੰ ਯੂਨੀਵਰਸਿਟੀਆਂ, ਕਾਲਜਾਂ ਦੇ ਅੱਛੇ ਤੋਂ ਅੱਛੇ ਸਕੂਲ ਦੇ ਵਿੱਚ ਉਹਨਾਂ ਨੂੰ ਪੜ੍ਹਾ ਰਹੇ ਆ, ਲੇਕਿਨ ਕਦੀ ਨਹੀਂ ਸਿਖਾਇਆ ਨਾ ਉਸਤਾਦਾਂ ਨੇ। ਉਸਤਾਦ ਤਾਂ ਖੈਰ ਸਿਖਾਉਂਦੇ ਹੋਣ ਦੇ, ਲੇਕਿਨ ਉਹਨਾਂ ਨੇ ਜਦੋਂ ਬਾਹਰ ਦੀ ਹਵਾ ਲੱਗੀ ਹੈ ਤੇ ਵਾਲਿदैन ਦੀ ਕਦਰ ਭੁੱਲ ਗਈ। ਲਾਮਾ ਇਕਬਾਲ ਨੇ ਆਖਿਆ ਸੀ, ਮੈਂ ਯੂਨੀਵਰਸਿਟੀ ਤੇ ਕਾਲਜਾਂ ਤੋਂ ਕੁਛ ਨਹੀਂ ਸਿੱਖਿਆ, ਜੋ ਕੁਛ ਵੀ ਸਿੱਖਿਆ ਮੈਂ ਆਪਣੇ ਵਾਲਿਦ ਕੋਲੋਂ ਸਿੱਖਿਆ। ਇੱਕ ਜੀ ਯੂਨੀਵਰਸਿਟੀ ਦੇ ਵਿੱਚ ਬੱਚਾ ਪੜ੍ਹਦਾ ਸੀ, ਉਹ ਬੜਾ ਯਾਨੀ ਕਿ ਬਿਊਰੋ ਗ੍ਰੇਡ ਬਣ ਜਾ ਰਿਹਾ ਸੀ, ਇੰਜੀਨੀਅਰ ਜੋ ਵੀ ਉਹਨੇ ਬਣਨਾ ਸੀ। ਤੇ ਉਹਨਾਂ ਨਾ ਬੁੱਢਾ ਮਾਂ ਪਿਓ ਨੂੰ ਮਿਲਣ ਦਾ ਸ਼ੌਕ ਪੈਦਾ ਹੋ ਗਿਆ ਕਿ ਅਸੀਂ ਆਪਣੇ ਪੁੱਤਰ ਕੋਲ ਜਾਂਦੇ ਉਹਨੂੰ ਮਿਲਣ ਵਾਸਤੇ। ਯੂਨੀਵਰਸਿਟੀ ਦੇ ਗੇਟ ਤੇ ਚਲੇ ਗਏ, ਸਫ਼ਰ ਕਰਦੇ ਕਰਦੇ ਗਠਲੀ ਬੰਨੀ ਉਹਨਾਂ ਨੇ ਕੱਪੜਿਆਂ ਦੀ। ਉਸ ਵਕਤ ਦੇ ਵਿੱਚ ਜੇ ਬੱਸ ਦਾ ਸਫ਼ਰ ਕੀਤਾ, ਸਾਰੀ ਰਾਤ ਸਫ਼ਰ ਕਰਦੇ ਰਹੇ। ਸੁਬਾਹ ਜਾ ਕੇ ਯੂਨੀਵਰਸਿਟੀ ਦੇ ਗੇਟ ਤੇ ਅੱਗੇ ਜਾ ਕੇ ਬਹਿ ਗਿਆ ਤੇ ਸਾਡਾ ਪੁੱਤਰ ਹੁਣ ਛੁੱਟੀ ਹੋਏਗੀ ਤੇ ਨਿਕਲੇਗਾ। ਇੱਕ ਨਿਕਲਿਆ ਬੱਚਾ, ਦੂਸਰਾ ਨਿਕਲਿਆ, ਤੇ ਜਦੋਂ ਪੁੱਤਰ ਨਿਕਲਿਆ ਨਾ ਤੇ ਉਹਦੇ ਨਾਲ ਇੱਕ ਲੜਕੀ ਸੀ। ਜਦੋਂ ਲੜਕੀ ਉਹਦੇ ਨਾਲ ਸੀ, ਉਹ ਬਾਹਰ ਨਿਕਲੇ ਨੇ ਤੇ ਉਹਨਾਂ ਨੇ ਇੰਨਾ ਖੁਸ਼ ਹੋਏ ਨੇ ਕਿ ਉਹ ਸਾਡਾ ਪੁੱਤਰ ਆ ਗਿਆ। ਲੜਕੇ ਦੀ ਨਜ਼ਰ ਆਪਣੇ ਵਾਲਿदैन ਤੇ ਪਈ ਤੇ ਉਹਨੇ ਬੜੀ ਹਕਾਰਤ ਦੀ ਨਜ਼ਰ ਨਾਲ ਵੇਖਿਆ ਤੇ ਉਹ ਨਾ ਬੜੇ ਖੁਸ਼ ਹੋਏ ਨੇ, ਸਾਡਾ ਪੁੱਤਰ, ਹਾਂ ਵੀ ਪੁੱਤਰਾ ਕੀ ਹਾਲ ਹੈ, ਠੀਕ ਹੈ। ਉਹਨੂੰ ਚੁੰਮਿਆ, ਸੀਨੇ ਨਾਲ ਲਾਇਆ ਤੇ ਲੜਕੀ ਨੇ ਪੁੱਛਿਆ ਇਹ ਕੌਣ ਹੈ? ਤੇ ਲੜਕੇ ਨੇ ਇੰਗਲਿਸ਼ ਦੇ ਵਿੱਚ ਦੱਸਿਆ, ਦਿਸ ਇਜ਼ ਮਾਈ ਸਰਵੈਂਟ, ਯਾਨੀ ਕਿ ਮੇਰੇ ਨੌਕਰ ਨੇ। ਅਫਸੋਸ ਆ, ਲੇਕਿਨ ਵੇਖੋ ਜੀ ਉਹ ਸਾਦਾ ਵਾਲਿदैन, ਉਹਨਾਂ ਦਾ ਅੱਗੋਂ ਕੀ ਅਮਲ ਹੋਇਆ। ਉਹ ਕਹਿਣ ਲੱਗੇ ਯਾ ਅੱਲਾ ਤੇਰਾ ਸ਼ੁਕਰ ਹੈ। ਪਿਓ ਕਹਿਣ ਲੱਗਾ ਯਾ ਅੱਲਾ ਤੇਰਾ ਸ਼ੁਕਰ ਹੈ, ਮੇਰੀਆਂ ਪੱਠੇ ਤੇ ਜਿਹੜੀਆਂ ਮੈਂ ਦਿਹਾੜੀਆਂ ਲਾਈਆਂ ਨੇ, ਓਵਰ ਟਾਈਮ ਲਾਇਆ ਹੈ, ਮੈਂ ਸਾਰੀ ਰਾਤ ਕੰਮ ਕੀਤਾ ਹੈ, ਉਹ ਮੇਰੀ ਮਿਹਨਤ ਰੰਗ ਲੈ ਆਈ। ਮਾਂ ਕਹਿੰਦੀ ਯਾ ਅੱਲਾ ਤੇਰਾ ਸ਼ੁਕਰ ਹੈ, ਮੈਂ ਸਾਰੀ ਰਾਤ ਲੋਕਾਂ ਦੇ ਕੱਪੜੇ ਸੀਨੀ ਸਾਂ ਤੇ ਦਿਨੇ ਲੋਕਾਂ ਦੇ ਕੱਪੜੇ ਧੋਨੀ ਸਾਂ, ਅੱਜ ਮੇਰੀ ਮਿਹਨਤ ਰੰਗ ਲੈ ਆਈ। ਸਾਡੇ ਪੁੱਤਰ ਨੂੰ ਇੰਗਲਿਸ਼ ਬੋਲਣੀ ਆ ਗਈ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਪੁੱਤਰ ਨੇ ਆਖਿਆ ਕੀ। ਵਾਲਿदैन ਦੀ ਕਦਰ ਕਰੋਗੇ। ਇਹਦੇ ਵਿੱਚ ਇੱਕ ਹੋਰ ਹੀ ਹੈ ਜੀ, ਇਹਦੇ ਵਿੱਚ ਸਾਰਾ ਇੱਕ ਹੋਰ ਵੀ ਮਾਜ਼ਰਤ ਨਾਲ ਤੁਹਾਡਾ ਇੱਕ ਫਰੂਲਾ ਬਈ ਰੋਕਿਆ। ਇਹਦੇ ਵਿੱਚ ਮੇਨ ਵਜ੍ਹਾ ਇਹ ਕਿ ਜਿਹੜਾ ਮਾਂ ਪਿਓ ਹੈ ਨਾ, ਉਹ ਔਲਾਦ ਦੇ ਸਾਹਮਣੇ ਜਿਹੜਾ ਆਪਣੇ ਯਾਨੀ ਆਪਣੇ ਬੱਚਿਆਂ ਦੇ ਦਾਦਾ ਆਬੂ ਨਾਲ ਜਿਹੜਾ ਰਵੱਈਆ ਰੱਖ ਦਿੰਦਾ ਜੀ, ਹਕੀਕਤ ਦੇ ਵਿੱਚ ਉਹ ਕਮੇਟੀ ਪਾ ਰਿਹਾ ਹੁੰਦਾ। ਜੋ ਬੰਦਾ ਆਪਣੇ ਵਾਲਿदैन ਦੇ ਸਾਹਮਣੇ ਵਾਲਿदैन ਨਾਲ ਬਦਤਮੀਜ਼ੀ ਕਰਦਾ, ਵਾਲਿदैन ਨਾਲ ਔਖਾ ਬੁਲੇਂਦਾ, ਵਾਲਿदैन ਦੀ ਜਨਾਬ ਬੇਹਰਮਤੀ ਕਰਦਾ ਆਪਣੀ ਔਲਾਦ ਦੇ ਸਾਹਮਣੇ, ਹਕੀਕਤ ਦੇ ਵਿੱਚ ਉਹ ਕਮੇਟੀ ਪਾ ਰਿਹਾ। ਅਗਰ ਔਲਾਦ ਤੋਂ ਦੇ ਸਾਹਮਣੇ ਨਹੀਂ ਕਰ ਰਿਹਾ, ਉਹਲੇ ਤੇ ਕਰ ਰਿਹਾ, ਫਿਰ ਵੀ ਉਹ ਕਮੇਟੀ ਪਾ ਰਿਹਾ ਤੇ ਉਹ ਕਮੇਟੀ ਖੁੱਲ ਰਹੀ ਹੈ। ਤੇ ਬਿਹਤਰ ਹੈ ਕਿ ਕਮੇਟੀ ਤੁਸੀਂ ਨਾ ਪਾਓ, ਜਿਹੋ ਜੀ ਪਾਓਗੇ ਉਹ ਜੀ ਜਨਾਬ ਅੱਗੇ ਤੁਹਾਡੀ ਨਿਕਲੇਗੀ। ਤੇ ਬਿਹਤਰ ਹੈ ਕਿ ਅੱਛੀ ਪਾਓ, ਅੱਗੇ ਅੱਛੀ ਨਿਕਲੇ। ਆਪਣੇ ਵਾਲਿदैन ਦੀ ਕਦਰ ਕਰੋ, ਤੁਹਾਡੀ ਔਲਾਦ ਤੁਹਾਡੀ ਕਦਰ ਕਰੇ।